ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨੋ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਪਿਆਰੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦੀ ਬਾਣੀ ਦੁਆਰਾ ਆਪਣੇ ਜੀਵਨ ਨੂੰ ਸਵਾਰਨ ਦਾ ਤੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਉਪਰਾਲਾ ਗੁਰੂ ਦੇ ਦਰ ਬਹਿ ਕੇ ਕਰ ਰਹੇ ਹਾਂ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਰਹਿਮਤ ਕਰਦਿਆਂ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਬਖਸ਼ਦੇ ਨੇ। ਉਸ ਪਰਮੇਸ਼ਰ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ ਕਿ ਹੇ ਸੱਚੇ ਪਾਤਸ਼ਾਹ, ਮੈਂ ਅੱਠੇ ਪਹਿਰ ਤੈਨੂੰ ਸਿਮਰਦਾ ਰਹਾ। ਹਰ ਵੇਲੇ ਸੌਂਦਿਆਂ ਜਾਗਦਿਆਂ ਉੱਠਦਿਆਂ ਬਹਿੰਦਿਆਂ ਹਰ ਸਾਹ ਨਾਲ ਮੈਂ ਤੈਨੂੰ ਆਰਾਧਦਾ ਰਹਾ। ਆਠ ਪਹਿਰ ਸਾਲਾ ਹੈ ਸਿਰਜਣ ਹਾਰ ਤੂੰ। ਹੇ ਵਾਹਿਗੁਰੂ, ਹੇ ਸਿਰਜਣਹਾਰ ਪਰਮੇਸ਼ਰ, ਮੈਂ ਅੱਠੇ ਪਹਿਰ ਤੈਨੂੰ ਸਲਾਹਾਂ ਤੇਰੀ ਸਿਫਤੋ ਸਲਾਹ ਕਰਦਾ ਰਹਾ। ਜੀਵਾਂ ਤੇਰੀ ਦਾਤ ਕਿਰਪਾ ਕਰੋ। ਹੇ ਵਾਹਿਗੁਰੂ, ਤੇਰੇ ਨਾਮ ਸਦਕਾ ਹੀ ਮੈਂ ਜਿਉਂਦਾ ਹਾਂ। ਮੇਰੇ ਜੀਵਨ ਦਾ ਆਸਰਾ ਸਿਰਫ ਤੂੰ ਹੈ, ਤੇਰਾ ਨਾਮ ਹੈ। ਇਸ ਲਈ ਮੇਰੇ ਤੇ ਇਹ ਕਿਰਪਾ ਕਰ, ਮੈਨੂੰ ਇਹ ਦਾਤ ਦੇ ਕਿ ਤੇਰਾ ਨਾਮ ਮੈਨੂੰ ਵਿਸਰੇ ਨਾ। ਜੀਵਾਂ ਤੇਰੀ ਦਾਤ ਕਿਰਪਾ ਕਰੋ। ਮੈਂ ਤੇਰੀਆਂ ਦਾਤਾਂ ਸਦਕਾ, ਤੇਰੀਆਂ ਰਹਿਮਤਾਂ ਸਦਕਾ ਜਿਉਂਦਾ ਹਾਂ। ਗੁਰਮੁਖ ਕੋਲ, ਭਗਤ ਕੋਲ ਵਾਹਿਗੁਰੂ ਦੀ ਰਹਿਮਤ ਤੋਂ ਬਿਨਾਂ ਕੁਛ ਨਹੀਂ ਹੈ। ਉਹ ਹਮੇਸ਼ਾ ਪਰਮੇਸ਼ਰ ਦੇ ਆਸਰੇ ਹੈ। ਸਾਨੂੰ ਲੱਗਦਾ ਹੈ ਕਿ ਉਹਦੀ ਰਹਿਮਤ ਦਾ ਮਤਲਬ ਹੁੰਦਾ ਬਹੁਤ ਸਾਰੀ ਦੌਲਤ। ਸਾਨੂੰ ਅਕਸਰ ਲੱਗਦਾ ਰਹਿੰਦਾ ਉਹਦੀ ਰਹਿਮਤ ਦਾ ਮਤਲਬ ਬਹੁਤ ਸਾਰੀ ਜਾਇਦਾਦ। ਉਹਦੀ ਰਹਿਮਤ ਦਾ ਮਤਲਬ ਬਹੁਤ ਸਾਰੀਆਂ ਖਾਣ ਪੀਣ ਦੀਆਂ ਵਸਤੂਆਂ ਜਿਨ੍ਹਾਂ ਦਾ ਕੋਈ ਅੰਤ ਨਹੀਂ। ਉਹਦੀ ਰਹਿਮਤ ਦਾ ਮਤਲਬ ਅਸੀਂ ਸਮਝਦੇ ਹਾਂ ਧੀਆਂ ਪੁੱਤ। ਉਹਦੀ ਰਹਿਮਤ ਦਾ ਮਤਲਬ ਅਸੀਂ ਸਮਝਦੇ ਹਾਂ ਸੰਸਾਰ ਦੇ ਕਾਰ ਵਿਹਾਰ। ਸਾਡੀ ਇੰਨੀ ਕੁ ਬੁੱਧੀ ਹੈ, ਅਸੀਂ ਇੰਨਾ ਕੁ ਹੀ ਸਮਝ ਪਾਉਂਦੇ ਹਾਂ, ਕਿਉਂਕਿ ਸਾਡੀ ਸਮਝ ਵਿੱਚ ਇਹੀ ਕੁਛ ਆਉਂਦਾ ਹੈ। ਅਸੀਂ ਇਸ ਤੋਂ ਵੱਧ ਕੇ ਕਦੇ ਕੁਛ ਵੇਖਿਆ ਨਹੀਂ ਹੈ, ਜਾਣਿਆ ਨਹੀਂ ਹੈ। ਇਸ ਕਰਕੇ ਸਾਡੀ ਸਮਝ ਵਿੱਚ ਇਹਨਾਂ ਚੀਜ਼ਾਂ ਤੋਂ ਇਲਾਵਾ ਹੋਰ ਕੁਛ ਆਉਂਦਾ ਵੀ ਨਹੀਂ ਹੈ। ਅਸੀਂ ਇਹਨਾਂ ਨੂੰ ਹੀ ਬਖਸ਼ਿਸ਼ਾਂ ਸਮਝਿਆ, ਅਸੀਂ ਇਹਨਾਂ ਚੀਜ਼ਾਂ ਨੂੰ ਹੀ ਦਾਤਾਂ ਜਾਣਿਆ। ਵੱਡੇ ਅਹੁਦੇ, ਰੁਤਬੇ, ਮਾਣ ਵਡਿਆਈ, ਸੰਸਾਰ ਵਿੱਚ ਪ੍ਰਸਿੱਧੀ, ਪੈਸਾ, ਦੌਲਤ, ਸ਼ੌਹਰਤ, ਬਸ ਇਹੀ ਕੁਛ। ਭਗਤ ਉਹ ਹਰ ਗੱਲ ਨੂੰ ਵਾਹਿਗੁਰੂ ਦੀ ਕਿਰਪਾ ਕਰਕੇ ਜਾਣਦਾ ਹੈ। ਉਹ ਕਹਿੰਦਾ ਹੈ ਵਾਹਿਗੁਰੂ ਤੇਰੀ ਦਾਤ ਕਰਕੇ ਮੈਂ ਜਿਉਂਦਾ। ਉਹਦੇ ਕੋਲ ਕੁਛ ਵੀ ਨਹੀਂ ਹੈ, ਉਹ ਫਿਰ ਵੀ ਕਹਿੰਦਾ ਕਿ ਵਾਹਿਗੁਰੂ ਦੀ ਬੜੀ ਕਿਰਪਾ। ਨਾ ਉਹਦੇ ਕੋਲ ਕੋਈ ਸਾਡੇ ਵਰਗਾ ਕੋਈ ਆਲੀਸ਼ਾਨ ਘਰ, ਨਾ ਕੋਈ ਸਾਡੇ ਜੈਸੀ ਕਾਰ, ਨਾ ਕੋਈ ਉਹਦੇ ਕੋਲ ਸਾਡੇ ਵਰਗੀਆਂ ਸਹੂਲਤਾਂ, ਪਰ ਫਿਰ ਵੀ ਉਹ ਬੜੇ ਆਨੰਦ ਵਿੱਚ ਹੈ। ਉਹ ਕਹਿੰਦਾ ਮੈਂ ਵਾਹਿਗੁਰੂ ਦੀ ਕਿਰਪਾ ਨਾਲ ਬੜਾ ਆਨੰਦ ਭੋਗ ਰਿਹਾ। ਸਾਡੇ ਕੋਲ ਆਨੰਦ ਭੋਗਣ ਦੀਆਂ ਸਾਰੀਆਂ ਚੀਜ਼ਾਂ, ਸੁੱਖ ਸਹੂਲਤਾਂ
ਗਰਮੀ ਸਰਦੀ ਤੋਂ ਬਚਣ ਦੇ ਸਾਡੇ ਕੋਲ ਬਹੁਤ ਸਾਰੇ ਉਪਾਅ, ਪਰ ਸਾਡੇ ਜੀਵਨ ਵਿੱਚ ਆਨੰਦ ਕੋਈ ਨਹੀਂ, ਸਹਿਜ ਕੋਈ ਨਹੀਂ। ਉਹ ਅੱਤ ਦੀ ਗਰਮੀ ਵਿੱਚ ਰਹਿ ਕੇ ਵੀ ਕਹਿੰਦਾ ਕਿ ਵਾਹਿਗੁਰੂ ਦੀ ਬੜੀ ਰਹਿਮਤ ਹੈ, ਅਸੀਂ 에ਅਰ ਕੰਡੀਸ਼ਨ ਵਿੱਚ ਬਹਿ ਕੇ ਵੀ ਸੁੱਖ ਨਹੀਂ ਭੋਗ ਪਾਉਂਦੇ। ਸਤਿਗੁਰੂ ਕਹਿੰਦੇ ਬਸ ਇਹੀ ਇੱਕ ਚੀਜ਼ ਉਹਨੂੰ ਸਾਡੇ ਨਾਲੋਂ ਭਿੰਨ ਕਰਦੀ ਹੈ, ਵੱਖ ਕਰਦੀ ਹੈ। ਉਹ ਹਰ ਚੀਜ਼ ਨੂੰ ਵਾਹਿਗੁਰੂ ਦੀ ਦਾਤ ਜਾਣ ਰਿਹਾ। ਉਹ ਕਹਿੰਦਾ ਭੁੱਖ ਵੀ ਹੈ ਤਾਂ ਇਹ ਵੀ ਉਹਦੀ ਦਾਤ ਹੈ, ਕਿਉਂਕਿ ਰੋਟੀ ਵੀ ਅਸੀਂ ਤਾਂ ਹੀ ਖਾਂਦੇ ਹਾਂ ਕਿਉਂਕਿ ਭੁੱਖ ਲੱਗਦੀ। ਜੇ ਭੁੱਖ ਹੀ ਨਾ ਲੱਗੇ ਤਾਂ ਰੋਟੀ ਕਿੱਥੋਂ ਖਾਵਾਂਗੇ ਅਸੀਂ। ਉਹ ਦੁੱਖ ਨੂੰ ਵੀ ਪਰਮੇਸ਼ਰ ਦੀ ਦਾਤ ਜਾਣਦਾ ਕਿ ਦੁੱਖ ਵੀ ਪਰਮੇਸ਼ਰ ਦੀ ਦਾਤ ਹੈ। ਜੇ ਦੁੱਖ ਨਾ ਹੋਵੇ ਤਾਂ ਸੁੱਖ ਦੀ ਕਾਮਨਾ ਹੀ ਨਾ ਪੈਦਾ ਹੋਵੇ ਸਾਡੇ ਅੰਦਰ ਕਦੇ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਹਰ ਚੀਜ਼ ਨੂੰ ਵਾਹਿਗੁਰੂ ਦੀ ਦਾਤ ਜਾਣ ਲੈਂਦਾ ਹੈ। ਜਿਨ੍ਹਾਂ ਨੇ ਉਸ ਵਾਹਿਗੁਰੂ ਦੀ ਹਰ ਰਹਿਮਤ ਨੂੰ ਪ੍ਰਵਾਨ ਕਰ ਲਿਆ ਕਿ ਵਾਹਿਗੁਰੂ ਦੀ ਕਿਰਪਾ, ਉਹਦਾ ਸੁੱਖ, ਉਹਦੀ ਰਹਿਮਤ, ਉਹ ਉਹਦੇ ਆਸਰੇ ਹੀ ਜਿਉਂਦੇ ਨੇ। ਉਹ ਚੀਜ਼ਾਂ ਆਸਰੇ ਨਹੀਂ ਜਿਉਂਦੇ। ਅਸੀਂ ਸੰਸਾਰੀ ਲੋਕ ਹਾਂ, ਅਸੀਂ ਚੀਜ਼ਾਂ ਆਸਰੇ ਜਿਉਂਦੇ ਹਾਂ। ਸਾਨੂੰ ਕੁਝ ਮਿਲਦਾ ਤਾਂ ਅਸੀਂ ਖੁਸ਼ ਹੁੰਦੇ ਹਾਂ, ਸਾਨੂੰ ਕੁਝ ਨਾ ਮਿਲੇ ਤਾਂ ਅਸੀਂ ਖੁਸ਼ ਹੀ ਨਹੀਂ ਹੁੰਦੇ। ਭਗਤ ਦੀ ਖੁਸ਼ੀ, ਉਹਦਾ ਸੁੱਖ ਚੀਜ਼ਾਂ ਦੇ ਮਿਲਣ ਜਾਂ ਨਾ ਮਿਲਣ ਉੱਤੇ ਨਿਰਭਰ ਨਹੀਂ ਕਰਦਾ। ਉਹ ਤਾਂ ਖੁਸ਼ ਹੈ, ਉਹ ਜਿੱਥੇ ਹੈ ਉੱਥੇ ਰਾਜ਼ੀ ਹੈ, ਉਹ ਉੱਥੇ ਖੁਸ਼ ਹੈ। ਇਸ ਲਈ ਉਹ ਕਹਿੰਦਾ ਵਾਹਿਗੁਰੂ ਮੈਂ ਤੇਰੀ ਰਹਿਮਤ ਦਾ ਸਦਕਾ ਬੜਾ ਸੁੱਖ ਨਾਲ ਜੀ ਰਿਹਾ, ਜੀਵਾਂ ਤੇਰੀ ਦਾਤ, ਤੇਰੀ ਦਾਤ ਸਦਕਾ, ਤੇਰੀ ਮਿਹਰਮਤ ਸਦਕਾ। ਭਗਤ ਵਾਹਿਗੁਰੂ ਕੋਲੋਂ ਕੁਛ ਵੀ ਨਹੀਂ ਮੰਗਦਾ। ਅਸੀਂ ਦੁਨਿਆਵੀ ਲੋਕ ਪਹਿਲਾਂ ਤਾਂ ਦੁਨਿਆਵੀ ਚੀਜ਼ਾਂ ਦੀ ਮੰਗ ਕਰਦੇ ਹਾਂ ਕਿ ਧੀਆਂ ਪੁੱਤ ਮਿਲ ਜਾਣ, ਕਾਰੋਬਾਰ ਹੋਵੇ, ਦੌਲਤ ਸ਼ੌਹਰਤ ਹੋਵੇ, ਦੁਨੀਆ ਵਿੱਚ ਮਾਣ ਵਡਿਆਈ ਹੋਵੇ, ਉੱਚਾ ਰੁਤਬਾ ਹੋਵੇ, ਵੱਡਾ ਘਰ ਹੋਵੇ, ਵੱਡੀਆਂ ਗੱਡੀਆਂ, ਮਹਿੰਗੀਆਂ ਕਾਰਾਂ ਹੋਣ। ਅਸੀਂ ਪਹਿਲਾਂ ਇਹ ਚੀਜ਼ਾਂ ਮੰਗਦੇ ਹਾਂ। ਜਦੋਂ ਸਾਨੂੰ ਲੱਗਦਾ ਕਿ ਇਹ ਤਾਂ ਕੁਛ ਨਹੀਂ, ਇਹ ਤਾਂ ਇੱਥੇ ਰਹਿ ਜਾਣੀਆਂ ਚੀਜ਼ਾਂ, ਫਿਰ ਅਸੀਂ ਸੋਚਦੇ ਹਾਂ ਕਿ ਮੁਕਤੀ ਮਿਲ ਜਾਏ, ਕਿ ਸਵਰਗ ਪਹੁੰਚ ਜਾਈਏ, ਮੁਕਤੀ ਦੀ ਕਾਮਨਾ। ਬੰਦਾ ਇਸੇ ਤਰੀਕੇ ਨਾਲ ਪਹਿਲਾਂ ਉਹ ਦੁਨਿਆਵੀ ਚੀਜ਼ਾਂ ਮੰਗਦਾ, ਜਦੋਂ ਉਹਨੂੰ ਲੱਗਦਾ ਕਿ ਇਹ ਤਾਂ ਬੇਕਾਰ ਨੇ, ਇਹ ਤਾਂ ਇੱਥੇ ਰਹਿ ਜਾਣੀਆਂ, ਇਹ ਤਾਂ ਝੂਠੀਆਂ ਚੀਜ਼ਾਂ ਨੇ, ਸਭ ਬੇਕਾਰ ਹੈ, ਫਿਰ ਉਹ ਉਹਨਾਂ ਦੀ ਕਲਪਨਾ ਕਰਨ ਲੱਗ ਜਾਂਦਾ ਜਿਨ੍ਹਾਂ ਦਾ ਉਹਨੂੰ ਕੁਝ ਗਿਆਨ ਨਹੀਂ ਹੁੰਦਾ। ਚੀਜ਼ਾਂ ਦਾ ਤਾਂ ਹਾਲੇ ਪਤਾ ਹੈ, ਪੈਸੇ ਦਾ, ਘਰ-ਬਾਰ, ਜ਼ਮੀਨ ਜਾਇਦਾਦ ਦੀ ਤਾਂ ਜਾਣਕਾਰੀ ਹੈ, ਪਰ ਮੁਕਤੀ ਦੀ ਤਾਂ ਕੋਈ ਜਾਣਕਾਰੀ ਨਹੀਂ ਨਾ ਹੈ, ਸਵਰਗ ਦਾ ਤਾਂ ਕੋਈ ਪਤਾ ਨਹੀਂ ਨਾ ਹੈ। ਇਸ ਲਈ ਬੰਦਾ ਫਿਰ ਉਹਦੀਆਂ ਗੱਲਾਂ ਕਰਨ ਲੱਗ ਜਾਂਦਾ ਕਿ ਮੁਕਤ ਹੋ ਜਾਵਾਂ। ਇਸ ਲਈ ਉਹ ਮੁਕਤੀ ਦੀ ਕਾਮਨਾ ਖਾਤਰ, ਉਸ ਕਾਮਨਾ ਨੂੰ ਪੂਰੀ ਕਰਨ ਖਾਤਰ ਉਹ ਜਪ ਤਪ ਕਰਨ ਲੱਗ ਜਾਂਦਾ ਹੈ, ਸਿਮਰਨ ਕਰਨ ਲੱਗ ਜਾਂਦਾ ਹੈ। ਪਰ ਭਗਤ ਉਹ ਇਸ ਗੱਲ ਤੋਂ ਵੀ ਵੱਖਰਾ ਹੈ। ਸਤਿਗੁਰੂ ਕਹਿੰਦੇ ਉਹ ਮੁਕਤੀ ਦੀ ਕਾਮਨਾ ਵੀ ਨਹੀਂ ਕਰਦਾ ਰੱਬ ਦੇ ਕੋਲੋਂ। ਬੜੇ ਬੜੇ ਸਾਧੂ, ਸੰਨਿਆਸੀ, ਜੋਗੀ ਉਹ ਮੁਕਤੀ ਚਾਹੁੰਦੇ ਨੇ, ਉਹ ਕਹਿੰਦੇ ਮੁਕਤ ਹੋ ਜਾਈਏ, ਪਰ ਭਗਤ ਉਹ ਮੁਕਤੀ ਵੀ ਨਹੀਂ ਚਾਹੁੰਦਾ। ਸਤਿਗੁਰੂ ਕਹਿੰਦੇ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਨਾ ਰਾਜ ਭਾਗ ਦੀ ਕੋਈ ਕਾਮਨਾ, ਨਾ ਮੁਕਤੀ ਦੀ ਕੋਈ ਕਾਮਨਾ। ਕਿਉਂਕਿ ਜੇ ਵਾਹਿਗੁਰੂ ਨੇ ਇੱਥੇ ਭੇਜਿਆ ਤਾਂ ਫਿਰ ਉਹਨੇ ਕੁਝ ਚੰਗਾ ਸੋਚ ਕੇ ਹੀ ਭੇਜਿਆ ਹੋਣਾ। ਇਸ ਲਈ ਫਿਰ ਉਹਦੇ ਇਸ ਬੰਧਨ ਵਿੱਚੋਂ ਫਿਰ ਮੁਕਤ ਹੋ ਕੇ ਕੀ ਕਰਨਾ ਜਦ ਉਹਨੇ ਇਸ ਬੰਧਨ ਵਿੱਚ ਪਾਇਆ। ਇਸ ਲਈ ਭਗਤ ਦਾ ਦ੍ਰਿਸ਼ਟੀਕੋਣ ਹਮੇਸ਼ਾ ਹੀ ਸਭ ਤੋਂ ਵੱਖਰਾ ਰਿਹਾ ਹੈ, ਹਮੇਸ਼ਾ ਸਭ ਤੋਂ ਅਲੱਗਾ, ਜੋ ਦੂਸਰੇ ਕਦੀ ਸੋਚ ਨਹੀਂ ਸਕਦੇ, ਜੋ ਦੂਸਰੇ ਕਦੇ ਸਮਝ ਨਹੀਂ ਸਕਦੇ। ਬੁੱਧੀ ਦੇ ਤਲ ਤੇ ਜੀਣ ਵਾਲਾ ਆਦਮੀ ਜਿਹੜਾ ਕਦੇ ਇਸ ਨੂੰ ਜਾਣ ਨਹੀਂ ਪਾਉਂਦਾ। ਸਤਿਗੁਰੂ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਬਾਣੀ ਅੰਦਰ, ਸਤਿਗੁਰੂ ਕਹਿੰਦੇ ਕਿ ਜਦੋਂ ਕੋਈ ਧਰਮੀ ਆਪਣੇ ਆਪ ਨੂੰ ਜਿਹੜਾ ਧਰਮੀ ਕਹਾਉਂਦਾ ਕਿ ਮੈਂ ਬੜਾ ਧਾਰਮਿਕ ਹਾਂ, ਸਤਿਗੁਰੂ ਕਹਿੰਦੇ ਜਦੋਂ ਕੋਈ ਧਰਮੀ
ਧਰਮ ਕਰਮ ਕਰਦੇ ਉਹ ਮੋਕਸ਼ ਦਾ ਦੁਆਰ ਮੰਗ ਲਵੇ ਕਿ ਮੈਨੂੰ ਮੋਕਸ਼ ਮਿਲ ਜਾਏ। ਸਤਿਗੁਰੂ ਕਹਿੰਦੇ ਉਹਦਾ ਧਰਮ ਕਰਮ ਗਿਆ। ਧਰਮੀ ਧਰਮ ਕਰੈ ਗਾਵਾਵੈ ਮੰਗੈ ਮੋਖ ਦੁਆਰ, ਕਿ ਉਹਨੇ ਸਭ ਕੁਝ ਗਵਾ ਲਿਆ ਆਪਣਾ, ਉਹਦਾ ਜਪ ਤਪ, ਉਹਦੀ ਸਿਮਰਨ ਸਾਧਨਾ ਸਭ ਗਈ ਜਦੋਂ ਉਹਨੇ ਮੋਕਸ਼ ਮੰਗ ਲਿਆ, ਜਦੋਂ ਉਹਨੇ ਮੁਕਤੀ ਮੰਗ ਲਈ। ਇਸ ਲਈ ਭਗਤ ਕਦੇ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ ਹੈ। ਉਹ ਨਹੀਂ ਕਹਿੰਦਾ ਕਿ ਮੈਨੂੰ ਮੁਕਤ ਮਿਲੇ, ਉਹ ਨਹੀਂ ਕਹਿੰਦਾ ਮੈਨੂੰ ਸਵਰਗ ਮਿਲੇ, ਉਹ ਨਹੀਂ ਕਹਿੰਦਾ ਕਿ ਮੈਂ ਨਰਕ ਵਿੱਚ ਨਹੀਂ ਜਾਣਾ ਚਾਹੁੰਦਾ। ਕਬੀਰ ਸਾਹਿਬ ਕੀ ਕਹਿੰਦੇ? ਕਬੀਰ ਸਾਹਿਬ ਕਹਿੰਦੇ ਸੁਰਗ ਵਾਸ ਨਾ ਬਾਂਛੀਐ, ਡਰੀਐ ਨਾ ਨਰਕ ਨਿਵਾਸ, ਕਿ ਸੁਰਗ ਵਿੱਚ ਜਾਣ ਤੋਂ ਡਰੋ, ਜਾਣ ਦੀ ਇੱਛਾ ਨਾ ਕਰੋ, ਤੇ ਨਰਕ ਵਿੱਚ ਜਾਣ ਤੋਂ ਡਰੋ ਨਾ। ਉਹ ਕਹਿੰਦੇ ਕੋਈ ਇੱਛਾ ਨਹੀਂ ਹੈ ਸਵਰਗ ਜਾਣ ਦੀ, ਬਾਣੀ ਕਹਿੰਦੀ ਹੈ ਕਿ ਨਰਕ ਜਾਣ ਦਾ ਕੋਈ ਡਰ ਵੀ ਨਹੀਂ ਹੈ। ਸਤਿਗੁਰੂ ਕਹਿੰਦੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਕਿ ਭਗਤ ਗੁਰਮੁਖ ਉਹ ਮਰਨ ਦੀ ਚਿੰਤਾ ਵਿੱਚ ਨਹੀਂ ਲੱਗਾ ਹੋਇਆ। ਅਸੀਂ ਲੋਕ ਫਿਕਰ ਵਿੱਚ ਲੱਗੇ ਹਾਂ ਕਿਤੇ ਮੌਤ ਨਾ ਆ ਜਾਏ, ਕਿਤੇ ਬਿਮਾਰੀ ਨਾ ਆ ਜਾਏ, ਰੋਗ ਨਾ ਆ ਜਾਏ, ਕੋਈ ਘਟਨਾ ਨਾ ਵਾਪਰ ਜਾਏ। ਪਰ ਭਗਤ ਉਹ ਕਹਿੰਦਾ ਮਰਨ ਦੀ ਕੋਈ ਫਿਕਰ ਨਹੀਂ, ਤੇ ਜੀਣ ਦੀ ਕੋਈ ਆਸ ਨਹੀਂ ਹੈ ਕਿ ਬਹੁਤ ਸਾਲ ਜਿਉਣਾ ਹੈ ਹਜੇ। ਅਸੀਂ ਤਾਂ ਬੜੀਆਂ ਲੰਬੀਆਂ ਆਸਾਂ ਲਾ ਕੇ ਬੈਠੇ ਹਾਂ, ਸਾਡੇ ਬੜੇ ਲੌਂਗ ਟਰਮ ਪਲਾਨ ਨੇ। ਇੱਕ ਮੇਰੇ ਦੋਸਤ ਹੈ, ਉਹਨਾਂ ਦਾ ਜਦੋਂ ਵਿਆਹ ਹੋਣਾ ਸੀ ਨਾ, ਰਿਸ਼ਤੇ ਦੀ ਗੱਲ ਚੱਲ ਰਹੀ ਸੀ, ਤਾਂ ਜਿਸ ਲੜਕੀ ਨਾਲ ਰਿਸ਼ਤਾ ਹੋਣਾ ਸੀ ਉਹਦੇ ਪਰਿਵਾਰ ਦੇ ਕੁਝ ਮੈਂਬਰ, ਉਹਦਾ ਭਰਾ, ਉਹਦਾ ਬਾਪ, ਉਹਦੀ ਮਾਂ, ਉਹ ਇਕੱਲਾ ਉਹਦੇ ਨਾਲ ਮੀਟਿੰਗ ਕਰ ਰਿਹਾ, ਇਕੱਲਾ। ਦੱਸੋ ਤੁਹਾਡਾ ਲੌਂਗ ਟਰਮ ਪਲਾਨ ਕੀ ਹੈ? ਤੁਸੀਂ ਸਾਡੀ ਕੁੜੀ ਨਾਲ ਵਿਆਹ ਕਰਾਉਣਾ ਹੈ, ਤੁਹਾਡਾ ਲੌਂਗ ਟਰਮ ਪਲਾਨ ਦੱਸੋ ਕੀ ਹੈ? ਕਹਿੰਦਾ ਜੀ ਕਾਹਦਾ ਲੌਂਗ ਟਰਮ ਪਲਾਨ ਹੈ, ਇੱਥੇ ਤਾਂ ਇੱਕ ਪਲ ਦਾ ਭਰੋਸਾ ਨਹੀਂ, ਤੇ ਤੁਸੀਂ ਲੌਂਗ ਟਰਮ ਦੀਆਂ ਗੱਲਾਂ ਕਰਦੇ ਜੀ। ਕੱਲਾ ਉਹਦੀ ਇੰਟਰਵਿਊ ਜਿਵੇਂ ਲੈ ਰਿਹਾ ਹੋ ਨਾ, ਐਵੇਂ ਵੀ ਤੁਹਾਡਾ 10 ਸਾਲਾਂ ਤੱਕ ਤੁਸੀਂ ਕੀ ਕਰੋਗੇ, ਆਉਣ ਵਾਲੇ 5 ਸਾਲਾਂ ਵਿੱਚ ਤੁਸੀਂ ਕੀ ਕਰਨਾ, ਤੁਹਾਡੇ ਕੀ ਪਲਾਨ ਨੇ, ਫਿਊਚਰ ਪਲਾਨਸ। ਅਸੀਂ ਆਸਾਂ ਬਹੁਤ ਲੰਬੀਆਂ ਲਾ ਕੇ ਬੈਠੇ ਹਾਂ, ਤੇ ਭਰੋਸਾ ਸਾਨੂੰ ਇੱਕ ਸਾਹ ਦਾ ਨਹੀਂ ਹੈ। ਸਤਿਗੁਰੂ ਕਹਿੰਦੇ ਹਮ ਆਦਮੀ ਹਾਂ ਇੱਕਦਮ ਹੀ, ਇੱਥੇ ਸਾਹ ਆਇਆ ਤੇ ਠੀਕ ਹੈ, ਨਾ ਆਇਆ ਤੇ ਮੌਤ ਹੈ, ਡੈਡ ਬੋਡੀ ਹੈ ਸਾਡੀ, ਹੋਰ ਕੀ। ਇਸ ਲਈ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਭਗਤ ਇਹਨਾਂ ਚੱਕਰਾਂ ਵਿੱਚ ਨਹੀਂ ਜੇ ਉਲਝਦਾ, ਜੀਵਨ ਦੀ ਬਹੁਤੀ ਆਸ ਨਹੀਂ ਹੈ ਤੇ ਮਰਨ ਦੀ ਫਿਕਰ ਨਹੀਂ, ਚਿੰਤਾ ਨਹੀਂ ਹੈ। ਅਸੀਂ ਲੋਕ ਜੀਵਨ ਦੀਆਂ ਆਸਾਂ ਲਾ ਕੇ ਬੈਠੇ ਹਾਂ ਤੇ ਮਰਨ ਦੀ ਫਿਕਰ ਸਤਾਉਂਦੀ ਹੈ ਸਾਨੂੰ, ਮਰਨ ਦੀ ਫਿਕਰ ਸਤਾਉਂਦੀ ਹੈ। ਡਰੇ ਹੋਏ ਲੋਕ ਦਿਖਾਈ ਦੇ ਰਹੇ ਹਾਂ ਅਸੀਂ ਸਭ, ਮਨ ਵਿੱਚ ਡਰ ਹੈ, ਖੌਫ ਹੈ ਕਿ ਕਿਤੇ ਕੁਝ ਹੋ ਨਾ ਜਾਏ, ਕਿਤੇ ਕੋਈ ਬਿਮਾਰੀ ਨਾ ਚਿੰਬੜ ਜਾਏ। ਆ ਤੁਸੀਂ ਦੇਖਿਆ ਹੀ ਹੈ ਪਿਛਲੇ 1-2 ਸਾਲਾਂ ਵਿੱਚ ਕੀ ਕੁਝ ਵਾਪਰਿਆ, ਕਿਵੇਂ ਲੋਕ ਡਰ ਕੇ ਜੀ ਰਹੇ ਸੀ, ਜਦ ਕਿ ਹੈ ਕੁਝ ਵੀ ਨਹੀਂ ਸੀ। ਆਪਣੇ ਭੈਣ ਭਾਈ ਨੂੰ ਮਿਲਣ ਤੋਂ ਹੀ ਲੋਕ ਡਰ ਰਹੇ ਸਨ, ਹੋਰ ਤੇ ਦੂਰ ਦੀ ਗੱਲ ਹੈ। ਆਪਣੇ ਆਂਢੀਆਂ ਗੁਆਂਢੀਆਂ ਨੂੰ ਮਿਲਣਾ ਤੇ ਵੱਖਰੀ ਗੱਲ ਹੈ, ਆਪਣੇ ਸਕੇ ਭੈਣ ਭਾਈਆਂ ਨੂੰ ਮਿਲਣ ਤੋਂ ਲੋਕ ਗੁਰੇਜ਼ ਕਰ ਰਹੇ ਸਨ। ਆਪਣੇ ਬਾਪ ਨੂੰ, ਆਪਣੀ ਮਾਂ ਨੂੰ ਮਿਲਣ ਤੋਂ ਗੁਰੇਜ਼ ਕਰ ਰਹੇ ਸਨ। ਇਸ ਲਈ ਇਹ ਡਰੇ ਹੋਏ ਲੋਕਾਂ ਦੀਆਂ ਨਿਸ਼ਾਨੀਆਂ ਨੇ। ਡਰ, ਮੋਹ ਪਿਆਰ ਤਾਂ ਸਿਰਫ ਇਹ ਪਖੰਡ ਹੈ, ਦਿਖਾਵਾ ਹੈ। ਜੇ ਸੱਚਮੁੱਚ ਕਿਸੇ ਦਾ ਮੋਹ ਪਿਆਰ ਹੁੰਦਾ ਤਾਂ ਆਪਣੇ ਬਾਪ ਨੂੰ, ਆਪਣੀ ਮਾਂ ਨੂੰ ਹਸਪੀਟਲ ਛੱਡ ਕੇ ਉਹ ਕਹਿੰਦੇ ਜੀ ਆਪ ਹੀ ਸੰਸਕਾਰ ਕਰ ਦਿਓ, ਸਾਨੂੰ ਨਹੀਂ ਜ਼ਰੂਰਤ। ਐਸਾ ਬਹੁਤ ਕੁਝ ਦੇਖਿਆ ਨਾ ਪਿਛਲੇ ਦਿਨਾਂ ਦੇ ਵਿੱਚ। ਇਸ ਲਈ ਆਖਰੀ ਵਾਰੀ ਮੂੰਹ ਦੇਖਣ ਵੀ ਨਹੀਂ ਕੋਈ ਗਿਆ ਆਪਣੇ ਭਾਈ ਦਾ, ਆਪਣੀ ਮਾਂ ਦਾ, ਆਪਣੇ ਬਾਪ ਦਾ। ਇਸ ਲਈ ਇਹ ਪਿਆਰ ਪਿਊਰ ਇਹ ਸਿਰਫ ਫਿਲਮਾਂ ਵਿੱਚ ਗੱਲਾਂ ਚੰਗੀਆਂ ਲੱਗਦੀਆਂ, ਅੱਜ ਕੱਲ੍ਹ ਤਾਂ ਸਿਰਫ ਦਿਖਾਵਾ ਹੀ ਹੈ ਇਹਨਾਂ ਗੱਲਾਂ ਦਾ। ਸਤਿਗੁਰੂ ਕਹਿੰਦੇ ਆਸਾਂ ਬੰਦਾ ਬਹੁਤ ਲਾ ਕੇ ਬੈਠਾ ਹੋਇਆ, ਪਰ ਫਿਕਰ ਕੀ ਹੈ? ਫਿਕਰ ਹੈ ਮੌਤ ਨਾ ਆ ਜਾਵੇ, ਮੌਤ ਦਾ ਖੌਫ ਸਤਾ ਰਿਹਾ ਮਨ ਨੂੰ। ਇਸ ਲਈ ਸਾਰੇ ਆਪਣੇ ਆਲੇ ਦੁਆਲੇ ਇੰਤਜ਼ਾਮ ਕਰਦਾ ਸੇਫਟੀ ਦੇ, ਪੂਰੀ ਤਰ੍ਹਾਂ ਸਿਕਿਉਰ ਕਰਨ ਦਾ ਯਤਨ ਕਰਦਾ ਕਿ ਮੈਂ ਪੂਰੀ ਤਰ੍ਹਾਂ ਸਿਕਿਉਰ ਹੋਣਾ, ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਕਿਉਰ ਕਰਨਾ,
पर ख्याल रखना जिन्नी मर्जी असी सेफ्टी का ख्याल रख लीए, जिन्नी मर्जी सुरक्षा कर लीए, जो गल वापरनी है वो वापरनी ही है, उहदे तो बचिया नहीं जा सकता। इस करके सतगुरु कहते भगत इन्हां चीज़ों की परवाह नहीं करता। वो कहता कि वाहिगुरू ने जिथे रखा मैं राजी हाँ। जे दुख विच है तो ठीक है, मैं दुख विच भी खुश हाँ, जे सुख विच तो मैं सुख विच भी खुश हाँ। इसलिए भगत वर्गा जिगरा, उहदे वर्गा हौसला किसे विच भी नहीं हुंदा है। जिड्डी हिम्मत उहदे विच है उन्नी किसे विच भी नहीं है। वो तो रब नूं इन्नी गल भी कहण दी जुरत रखदा है, समर्था रखदा है कि जे तू मैनूं भिखारी भी बना दे मैं उहदे विच भी खुश। असीं नहीं कदी कह सकांगे इन्ना, कहना तो दूर दी गल, तुसीं कल्पना करके देखो जरा, असीं इमेजिनेशन भी नहीं कर सकांगे। सानूं इमेजिन करन च भी दिक्कत आउंदी है। लोग डर जांदे ने जदों किते सुपना देख लैण कि मैं भिखारी हो गया, बड़ा डर के उठदे ने, नींद खुल जांदी कि मेरा घाटा पै गया, नुकसान हो गया, घर विक गया। नींद विच, असल विच नहीं, सुपने विच। सुपना ही इन्ना डरा दिंदा बंदे नूं। ते भगत की कहंदा है? भगत कहंदा है जो राज दे तां कवन वड़ाई, जे मैनूं राजा बना देवे तां इहदे विच की वड़ियाई, जो भीख मंगावे तां क्या घट जाए, जे मैनूं भीख भी मंगावे तां मेरा घट की जाएगा। इस करके सतगुरु कहंदे वो हर गल नाल राजी हो जाता है, इस करके वो कदे दुखी नहीं हुंदा, वो कदे दुखी नहीं हुंदा। असीं लोग सुख नाल भी राजी नहीं हो पाते, इस करके कदे सुखी नहीं हुंदे। इसलिए सतगुरु समझाउंदे कि हे सच्चे पातशाह, ये सब तेरियां दातां ने, मेरे ते कृपा कर, जीवा तेरी दात, मैं तेरी दात सदका जिउना, तेरी रहमत सदका, कृपा करो मेरे ते, कृपा करो मेरे ते, दया करो, ये मेरे ते बख्शिश कर दिओ। बस असीं होर बहुत सारियां बख्शिशां मंगदे हां, पर कदे असीं उस वाहिगुरू दी बख्शिश नहीं मंगदे, उहदे नाम दी। असीं जो अपनियां कामनावां हुंदियां असीं हमेशा वो रखदे हां कि मैनूं आ दे दिओ, पर असीं कदे भी नहीं ये कहा जां विचारिया कि वो सानूं की देना चाहुंदा है। असीं अपने माँ बाप नूं बहुत सारियां गल्लां कहियां कि मैनूं आ चाहीदा है, मैं आ करना चाहुंदा है, मेरी आ इच्छा है, मैनूं आ फलानी चीज़ लै दिओ, पर असीं कदे नहीं पुछया उन्हां नूं कि वो सानूं की लैके देना चाहुंदे सन, वो सानूं की देना चाहुंदे सन। कई बारी असीं लोग अणजाणपुणे विच कोई मामूली जी चीज़ मंग लैंदे आ जिहड़ी सानूं लगदी है कि बहुत वधिया है, जदकि वो सानूं कुछ होर देना चाहुंदे सन, कुछ वड्डा देना चाहुंदे सन, असीं मामूली जी चीज़ मंग लई। बस ऐसा ही जान लवो कि वाहिगुरू सानूं कुछ वड्डा देना चाहुंदा है ते असीं आ कौडियां मंगी जांदे आ, असीं व्यर्थ दीयां चीज़ां मंगी जांदे आ, वो कुछ होर दे रहा है। इसलिए सतगुरु समझाउंदे, सतगुरु कहंदे ओदी दात जो वो देना चाहे, वो देना चाहे, ਉਹਦੇ ਵਿੱਚ ਸੁੱਖ है। जो मैं मंग रहा वां जरूरी नहीं है कि ਉਹਦੇ ਵਿੱਚ सुख होवेगा ही, दावा नहीं किया जा सकता। तुसी जो भी मंग मंगी, अरदास की कि आ मिले, जरा उस दे उत्ते विचार करो कि जो मैनू अज लगता है कि अज सुख है, कि कल नू ये सुख होवेगा, क्योंकि अज उस चीज़ की कमी लगती है, इस करके लगता है कि ये चीज़ मिल जाए तो मैं सुखी होऊंगा। पर जरा कल का सोचो कि कल नू ये चीज़ तुहानू मिल गई कि उस नू मिलने तो बाद सुखी होवोगे ही होवोगे। इस गल का कोई दावा है, कोई गारंटी है? कोई गारंटी नहीं है इस गल की, क्योंकि जिसनू मिल जाता है वह भी दुखी होंदा है, जिन्हों नहीं मिलता वह भी दुखी होंदा है। एक पागलखाने विच, मैंटल हॉस्पिटल विच मनोविग्यानक पागलों के उत्ते कुछ सर्वे कर रहे सन
ਤਾਂ ਇੱਕ ਨੌਜਵਾਨ ਬੜਾ ਅਜੀਬ ਜਿਹਾ ਜਵਾਨ ਹੈ, ਕੋਈ 25-30 ਸਾਲ ਦੇ ਕਰੀਬ ਉਹਦੀ ਉਮਰ ਹੋਵੇਗੀ। ਆਪਣਾ ਸਿਰ ਕੰਧ 'ਚ ਮਾਰਦਾ, ਕਦੇ ਕੁਛ ਕਰਦਾ, ਕਦੇ ਬਾਲ ਪੁੱਟਦਾ। ਉਹਨੂੰ ਬੰਦ ਕੀਤਾ ਹੋਇਆ ਕਮਰੇ ਵਿੱਚ। ਬਾਹਰੋਂ ਮਨੋਵਿਗਿਆਨਕ ਨੇ ਦੇਖਿਆ, ਦੇਖ ਕੇ ਬੜਾ ਹੈਰਾਨ ਹੋਇਆ ਕਿ ਨੌਜਵਾਨ ਸਰੀਰ ਕਰਕੇ ਬੜਾ ਤਗੜਾ, ਬੜਾ ਸੋਹਣਾ ਸੁਨੱਖਾ, ਇਹਨੂੰ ਹੋਇਆ ਕੀ, ਘਟਨਾ ਕੀ ਵਾਪਰੀ ਇਸ ਨਾਲ। ਤਾਂ ਜਿਹੜਾ ਉਹਦੀ ਦੇਖਭਾਲ ਕਰਨ ਵਾਲਾ ਸੀ ਉਹਨੇ ਆਖਿਆ ਕਿ ਜੀ ਇਹ ਕਿਸੇ ਨਾਲ ਪਿਆਰ ਕਰਦਾ ਸੀ, ਉਹਦੇ ਨਾਲ ਜੀਵਨ ਜਿਉਣਾ ਚਾਹੁੰਦਾ ਸੀ, ਪਰ ਉਹ ਇਹਨੂੰ ਮਿਲਿਆ ਨਾ, ਇਸ ਕਰਕੇ ਪਾਗਲ ਹੋ ਗਿਆ, ਮੈਂਟਲ ਹੋ ਗਿਆ। ਤੇ ਹੁਣ 1-2 ਸਾਲ ਤੋਂ ਇੱਥੇ ਹੀ ਹੈ। ਉਹ ਅਗਲੇ ਪਾਗਲ ਨੂੰ ਦੇਖਣ ਵਾਸਤੇ ਅੱਗੇ ਵਧੇ ਤਾਂ ਇੱਕ ਉਸ ਤੋਂ ਵੀ ਵੱਡਾ ਪਾਗਲ, ਉਹਨੂੰ ਸੰਗਲਾਂ ਨਾਲ ਬੰਨਿਆ ਹੋਇਆ, ਉਹਦੇ ਹੱਥ ਉਹਦੇ ਪੈਰ ਬੰਨੇ ਹੋਏ ਨੇ। ਮਨੋਵਿਗਿਆਨਕ ਦੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਆਦਮੀ, ਇਹ ਵੀ ਨੌਜਵਾਨ ਹੈ, ਇਹਨੂੰ ਕੀ ਹੋਇਆ। ਉਹ ਕਹਿੰਦਾ ਜੀ ਇਹਦਾ ਉਸ ਇਸਤਰੀ ਨਾਲ ਵਿਆਹ ਹੋ ਗਿਆ। ਜਿਹਦੇ ਨਾਲ ਪਹਿਲਾਂ ਕਰਾਉਣਾ ਚਾਹੁੰਦਾ ਸੀ ਉਹਦਾ ਹੋਇਆ ਨਹੀਂ, ਉਹ ਤਾਂ ਹੋ ਗਿਆ, ਇਹਦਾ ਹੋ ਗਿਆ, ਇਹ ਤਾਂ ਪਾਗਲ ਹੋ ਗਿਆ। ਅਸੀਂ ਲੋਕ ਐਸੇ ਹੀ ਹਾਂ, ਸਾਨੂੰ ਕੁਝ ਮਿਲ ਜਾਏ, ਨਾ ਮਿਲੇ ਅਸੀਂ ਤਾਂ ਵੀ ਦੁਖੀ ਹੋ ਜਾਂਦੇ ਹਾਂ, ਕੁਝ ਮਿਲ ਜਾਏ ਅਸੀਂ ਤਾਂ ਵੀ ਦੁਖੀ ਹੋ ਜਾਂਦੇ ਹਾਂ। ਸਾਡੀ ਹਾਲਤ ਦੋਨਾਂ ਵਿੱਚ ਇੱਕੋ ਜਿਹੀ ਰਹਿੰਦੀ ਹੈ। ਸਾਨੂੰ ਲੱਗਦਾ ਕਿ ਅੱਜ ਚੀਜ਼ ਸਾਡੇ ਕੋਲ ਨਹੀਂ ਹੈ, ਕੱਲ ਮਿਲ ਜਾਏਗੀ, ਅਸੀਂ ਸੁਖੀ ਹੋਵਾਂਗੇ। ਪਰ ਇਸ ਗੱਲ ਦਾ ਦਾਅਵਾ ਥੋੜੀ ਨਾ ਕਿ ਅਸੀਂ ਸੁਖੀ ਹੋਵਾਂਗੇ ਹੀ ਹੋਵਾਂਗੇ। ਇਸ ਗੱਲ ਦਾ ਕੋਈ ਦਾਅਵਾ ਨਹੀਂ ਹੈ, ਕੋਈ ਗਾਰੰਟੀ ਵਾਰੰਟੀ ਕੁਛ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭਗਤ ਉਹ ਦੁਖੀ ਨਹੀਂ ਹੁੰਦਾ, ਉਹ ਕਹਿੰਦਾ ਮੈਂ ਜਿੱਥੇ ਹਾਂ ਮੈਂ ਰਾਜ਼ੀ ਹਾਂ, ਮੈਨੂੰ ਜੋ ਵਾਹਿਗੁਰੂ ਦੇਵੇ ਮੈਂ ਉਹਦੇ ਵਿੱਚ ਰਾਜ਼ੀ। ਇਸ ਲਈ ਉਹ ਵਾਹਿਗੁਰੂ ਨੂੰ ਇਹ ਕਹਿੰਦੇ ਨਹੀਂ ਕਿ ਮੈਨੂੰ ਆਹ ਚੀਜ਼ ਦੇ, ਉਹ ਦੇ, ਆਹ ਨਾ ਦੇ, ਫਲਾਣੀ ਚੀਜ਼ ਦੇ। ਉਹ ਕਹਿੰਦੇ ਜੋ ਤੂੰ ਦੇਣਾ ਹੈ ਉਹ ਦੇ, ਨਹੀਂ ਦੇਣਾ ਨਾ ਵੀ ਦੇ, ਕੋਈ ਗੱਲ ਨਹੀਂ। ਇਸ ਲਈ ਉਹ ਪ੍ਰਮਾਤਮਾ ਦੇ ਉੱਤੇ ਛੱਡ ਦਿੰਦਾ, ਉਹ ਵਾਹਿਗੁਰੂ ਦੇ ਉੱਤੇ ਛੱਡ ਦਿੰਦਾ ਕਿ ਤੇਰੀ ਮਰਜ਼ੀ ਹੈ। ਤੇ ਪਰਮੇਸ਼ਰ ਫਿਰ ਕੀ ਕਰਦਾ ਹੈ? ਪਰਮੇਸ਼ਰ ਉਹਨੂੰ ਆਪਣਾ ਸਭ ਕੁਝ ਦੇ ਦਿੰਦਾ ਹੈ। ਪਰਮੇਸ਼ਰ ਉਸ ਨੂੰ ਆਪਣੇ ਨਾਲ ਜੋੜ ਲੈਂਦਾ ਹੈ, ਆਪਣੇ ਵਿੱਚ ਮਿਲਾ ਕੇ ਆਪਣੇ ਜੈਸਾ ਕਰ ਲੈਂਦਾ ਹੈ, ਉਹਦੇ ਜੈਸਾ ਹੋ ਜਾਂਦਾ ਹੈ। ਇਸ ਲਈ ਫਕੀਰਾਂ ਦੇ ਕੋਲ ਕੀ ਹੁੰਦਾ? ਕੁਛ ਵੀ ਨਹੀਂ, ਪਰ ਫਕੀਰਾਂ ਦੇ ਚਰਨਾਂ ਤੇ ਸਾਰੀ ਦੁਨੀਆ ਝੁਕਦੀ। ਫਕੀਰ ਕੋਲ, ਸਾਧੂ ਕੋਲ ਕੀ ਹੈ? ਕੁਛ ਵੀ ਨਹੀਂ ਹੈ ਉਹਦੇ ਕੋਲ, ਪਰ ਰਾਜੇ ਮਹਾਰਾਜੇ ਵੀ ਉਹਨਾਂ ਦੇ ਪੈਰਾਂ ਤੇ ਝੁਕਦੇ ਨੇ, ਸਭ ਉਹਨਾਂ ਨੂੰ ਮੱਥਾ ਟੇਕਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਉਹ ਮਿਲ ਗਿਆ ਜਿਹਦੀ ਲੋਕ ਕਲਪਨਾ ਵੀ ਨਹੀਂ ਕਰ ਪਾਉਂਦੇ। ਉਹ ਦੌਲਤ ਮਿਲ ਗਈ ਜਿਹੜੀ ਕਦੇ ਮੁੱਕਦੀ ਨਹੀਂ, ਜਿਹੜੀ ਕਦੇ ਮਿਟਦੀ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਹੱਬੇ ਥੋਕ ਵਿਸਾਰ ਇੱਕੋ ਖਿਆਲ ਕਰ। ਸਾਰੀਆਂ ਚੀਜ਼ਾਂ ਛੱਡ, ਤੂੰ ਸਭ ਚੀਜ਼ਾਂ ਦਾ ਖਿਆਲ ਛੱਡ, ਤੂੰ ਉਸ ਇੱਕ ਦਾ ਖਿਆਲ ਕਰ। ਹੱਬੇ ਥੋਕ ਵਿਸਾਰ, ਜੋ ਮਨ ਵਿੱਚ ਥੋਕ ਨੇ ਨਾ, ਪਦਾਰਥ ਨੇ, ਕਿਉਂਕਿ ਸਾਡੇ ਮਨ ਵਿੱਚ ਪਦਾਰਥ ਹੀ ਵਸੇ ਹੋਏ ਨੇ। ਅਸੀਂ ਪਦਾਰਥਵਾਦੀ ਲੋਕ ਹਾਂ ਤੇ ਪਦਾਰਥ ਹੀ ਸਾਡੇ ਮਨ ਵਿੱਚ ਵਸਿਆ ਹੋਇਆ। ਸਾਨੂੰ ਪਦਾਰਥਾਂ ਦਾ ਤੇ ਚੇਤਾ ਆਉਂਦਾ ਹੈ। ਗੱਡੀ ਕੀ ਹੈ? ਉਹ ਵੀ ਪਦਾਰਥ ਹੈ। ਪੈਸਾ ਕੀ ਹੈ? ਪਦਾਰਥ ਹੈ। ਚੀਜ਼ਾਂ ਕੀ ਨੇ? ਪਦਾਰਥ ਹੀ ਤਾਂ ਹੈ। ਇਹ ਸਾਰਾ ਕੁਝ ਪਦਾਰਥ ਹੀ ਤੇ ਹੈ, ਤੇ ਅਸੀਂ ਪਦਾਰਥ ਦੇ ਵਿੱਚ ਰਹਿ ਰਹਿ ਕੇ ਪਦਾਰਥ ਹੀ ਹੋ ਗਏ ਹਾਂ, ਉਹਨਾਂ ਚੀਜ਼ਾਂ ਵਰਗੇ ਹੀ ਹੋ ਗਏ ਹਾਂ। ਇਸ ਕਰਕੇ ਸਤਿਗੁਰੂ ਕਹਿੰਦੇ ਇਹਨਾਂ ਪਦਾਰਥਾਂ ਦਾ ਖਿਆਲ ਛੱਡ, ਆਪਣੇ ਮਨ ਵਿੱਚੋਂ ਕੱਢ ਇਹਨਾਂ ਨੂੰ। ਪਦਾਰਥਾਂ ਦਾ ਸੰਬੰਧ ਸਰੀਰ ਦੇ ਨਾਲ ਹੁੰਦਾ, ਇਹਨਾਂ ਦੀ ਸਿਰਫ ਵਰਤੋਂ ਕਰਨੀ ਹੁੰਦੀ ਹੈ, ਇਸਤੇਮਾਲ ਕਰਨਾ ਹੁੰਦਾ, ਉਹਨੂੰ ਪਕੜ ਕੇ ਥੋੜੀ ਬੈਠਾ ਰਹਿਣਾ। ਤੁਸੀਂ ਆਪਣੇ ਕਿਸੇ ਰਿਸ਼ਤੇਦਾਰ, ਮਿੱਤਰ, ਸੱਜਣ ਦੇ ਘਰ ਜਾਂਦੇ ਹੋ ਆਪਣੀ ਕਾਰ ਵਿੱਚ, ਤੁਸੀਂ ਕਾਰ ਵਿੱਚੋਂ ਉਤਰੇ, ਉਹਦੇ ਘਰ ਪਹੁੰਚੇ,
घर दे बाहर कार खड़ी करके ਉਹਦੇ घर चले गए, पर घर बह के अपने मित्र सज्जन नाल गल्लां बातां करदियां तुहानूं की ख्याल आउंदा है? तुहाडे मन विच की चल रहा हुंदा उस वेले? गड्डी दी फिक्र कि मेरी गड्डी ना कोई चोरी करके लै जाए बाहरों, मेरी कार ना कोई लै जाए, कि ये फिक्र सताउंदी है? जे ये फिक्र सताउंदी है तो जिहो जिहा रिश्तेदार दे घर गए जिहो जिहा ना गए एक बराबर। कार दा काम तुहानूं उत्थों तक पहुँचाउणा सी, वो पदार्थ सी, तुसीं ओहदा इस्तेमाल कीता, हुण तुसीं ओहदे घर जाके बह गए, हुण ओहदे नाल गल्लां बातां करदे हो 2 घंटे 4 घंटे, एक दिन 2 दिन उन्हां दे घर रहिंदे हो, फिर अपनी गड्डी नूं लैंदे हो वापस आ जांदे हो, पर फिक्र नहीं करते। हाँ, इस गल की चिंता होंदी है कि हाँ उसका ध्यान रखना कि किते कोई गलत कोई चोरी ना हो जाए, पर उहदे बारे ही सोची जाना, उस बारे ही सोची जाना। हुण इत्थे बैठा कोई बंदा यही सोची जाए कि मेरा जोड़े घर चों कोई जोड़ा ना लै जाए। इत्थे बैठे असीं आए कथा सुन कीर्तन सुनना, सोची ये जाते हैं कि मेरे कोई जुत्ती ना चुक के लै जाए, तो फिर साडा आउण दा इत्थे लाभ की होया? सानू चिंता तो पदार्थ की सताउंदी रही कि मैं लेट हो रहा, समाप्ति नहीं हो रही, मैं दुकान खोलनी जाके, फिक्र उस चीज़ की लगी हुई, तो साडा इत्थे आउण दा लाभ की होया? कुछ भी नहीं, क्योंकि दिमाग विच कुछ होर चल रहा है। वो पदार्थ हावी हो गया साडे मन उत्ते, पदार्थ का जोर ज्यादा पै गया ते असीं ओहदे बोझ थल्ले दब गए। ते जदों असीं बोझ थल्ले दब जाने आ, ख्याल एक ही होवे, एक ख्याल ही बंदे नूं दब लैंदा जे। ख्यालां विचारां जिन्नी ताकत किसे विच नहीं है। जरा जिहा ख्याल आउंदा है कि असीं उखड़ जांदे आ, छोटा जिहा विचार वो सानूं नप लैंदा है। इसलिए पदार्थ दा संबंध सिर्फ ते सिर्फ भोगण तक है, वरतों तक है, होर कुछ भी नहीं। जिवें जुत्ती दा संबंध जोड़ा घर तक सी, तुसीं उहनूं उतार के आ गए, बह गए गुरु दे दर, हुण उहदी फिक्र करन दी जरूरत नहीं है। हुण उस दी फिक्र करन दी जरूरत है जिहदे कोल बैठे आ, जिहदी गल सुन रहे हैं, उस गुरु की फिक्र करने की लोड़ है, उहदे बारे सोचण की लोड़ है, ना कि होर पदार्थां दी। सतगुरु कहंदे पदार्थां दा ख्याल छड्ड, सिर्फ एक दा ख्याल कर, हब्बे थोक विसार इक्को ख्याल कर, सिर्फ उस वाहिगुरू दा ख्याल कर। झूठा ला है गुमान, आ झूठा गुमान ला, साडा गुमान झूठा है। किस गल दा गुमान करते हैं असीं लोग? साडे कोल है कि सिर्फ गल्लां, जां सिर्फ ये कि हाँ जी मैं बहुत वड्डा गुरसिख, बस उस चीज़ का गुमान जिहड़ी है ही नहीं। सच्चा बंदा कदे किसी चीज़ का गुमान नहीं करता, कदे हंकार नहीं करता। झूठा बंदा हमेशा ही हंकार करता है, क्योंकि झूठे कोल है कुछ नहीं, झूठे कोल है कुछ नहीं। जिहदे कोल है वो चुपचाप बैठा है, ते जिहदे कोल नहीं है वो रौला पा रहा है, वो दिखावा कर रहा है। इसलिए सतगुरु कहंदे आ झूठा गुमान छड्ड अपना, जो तू अपने आप को समझी बैठा है, जो असीं अपने आप को समझी बैठे कि मेरे वर्गा तो है ही नहीं कोई, मेरे वर्गी तो कोई कथा ही नहीं कर लेंदा, ये तो फालतू दीयां गल्लां ने, कुछ नहीं है इहदे विच पिया। कि मेरे वर्गा तो कोई वधिया बुलारा ही नहीं है, मेरे वर्गी तो किसी को पग ही नहीं बन्ननी आउंदी, इसे गल विच मरे बैठे आ असीं लोग। मेरे वर्गा तो वधिया फोन ही नहीं है किसी को, निक्कियां निक्कियां गल्लां मामूली दियां, इत्थों तक साडी जेब विच लगा होया पैन उहदा भी हंकार करदे आ, मैं पार्कर दा पैन यूज़ करदा, बस निक्की जी चीज़ उसका हंकार, निक्की निक्की गल। सतगुरु कहंदे ये छड्ड इन्हां गल्लां नूं, इन्हां विच कुछ नहीं पिया। झूठा लाहे गुमान, मन तन अर्प धर, अपना मन
ਆਪਣਾ ਤਨ ਉਹਦੇ ਚਰਨਾਂ ਦੇ ਵਿੱਚ ਅਰਪ ਦਿਓ, ਆਪਣੇ ਆਪ ਨੂੰ ਅਰਪਿਤ ਕਰ ਦਿਓ ਉਹਦੇ ਅੱਗੇ। ਪੈਸੇ ਤਾਂ ਬਹੁਤ ਵਾਰੀ ਗੋਲਕ ਵਿੱਚ ਪਾਏ ਨੇ, ਬਹੁਤ ਵਾਰੀ ਭੇਟਾ ਗੁਰੂ ਦੇ ਚਰਨਾਂ ਵਿੱਚ ਰੱਖੀ ਹੈ, ਪਰ ਆਪਣੇ ਆਪ ਨੂੰ ਕਦੇ ਨਹੀਂ ਉਹਦੇ ਚਰਨਾਂ ਵਿੱਚ ਰੱਖਿਆ। ਸਿਰ ਰੱਖ ਕੇ ਵੀ ਅਸੀਂ ਲੋਕ ਚੁੱਕ ਲੈਂਦੇ ਹਾਂ। ਸਿਰ ਰੱਖਣ ਦਾ ਮਤਲਬ ਇਹੀ ਹੁੰਦਾ ਕਿ ਹੁਣ ਮੈਂ ਆਪਣੀ ਮੱਤ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ। ਸਿਰ ਚੁੱਕ ਲਿਆ, ਕੋਈ ਗੱਲ ਨਹੀਂ, ਚੁੱਕਣਾ ਹੀ ਪੈਣਾ ਹੈ। ਇਹ ਤਾਂ ਹੈ ਨਹੀਂ ਕਿ ਸਿਰ ਰੱਖ ਕੇ ਬੈਠੇ ਰਹੋਗੇ। ਆਪਣੀ ਮੱਤ ਮੈਂ ਗੁਰੂ ਦੇ ਚਰਨਾਂ ਵਿੱਚ ਰੱਖ ਦਿੱਤੀ, ਬਸ ਆਪਣਾ ਆਪ ਰੱਖ ਦਿੱਤਾ ਉਹਦੇ ਅੱਗੇ। ਹੁਣ ਨਹੀਂ ਚੁੱਕਣਾ ਵਾਪਸ, ਆਪਣੀ ਮੈਂ ਰੱਖ ਦਿਓ ਉਹਦੇ ਅੱਗੇ। ਸਤਿਗੁਰੂ ਕਹਿੰਦੇ ਆਹ ਰੱਖ, ਆਪਣਾ ਮਨ ਤਨ ਅਰਪ ਧਰ, ਉਹਦੇ ਚਰਨਾਂ ਵਿੱਚ ਅਰਪਿਤ ਕਰ ਦੇ। ਤੇ ਜਿਹੜੀ ਚੀਜ਼ ਉਹਨੂੰ ਅਰਪਿਤ ਕਰਦੀ ਹੈ ਉਹ ਵਾਪਸ ਨਹੀਂ ਲਈ ਜਾਂਦੀ, ਵਾਪਸ ਨਹੀਂ ਲੈ ਜਾਂਦੀ। ਤੁਸੀਂ ਕਦੀ ਕੋਈ ਚੀਜ਼ ਗੁਰੂ ਘਰ ਨੂੰ ਭੇਟ ਕਰਕੇ ਵਾਪਸ ਮੰਗੀ ਹੈ? ਤੁਸੀਂ ਕੋਈ ਸੇਵਾ ਕੀਤੀ, ਕੋਈ ਪੱਖਾ ਭੇਟ ਕੀਤਾ, ਕੋਈ ਚੀਜ਼ ਹੋਰ ਲਿਆ ਕੇ ਦਿੱਤੀ, ਕੀ ਤੁਸੀਂ ਵਾਪਸ ਮੰਗ ਲਈ ਕਿ ਜੀ ਮੈਨੂੰ ਵਾਪਸ ਕਰ ਦਿਓ? ਐਸਾ ਮੂਰਖ ਆਦਮੀ ਹੁੰਦਾ ਜਿਹੜਾ ਗੁਰੂ ਨੂੰ ਭੇਟ ਕੀਤੀ ਹੋਈ ਚੀਜ਼ ਵਾਪਸ ਮੰਗੇ। ਐਸੇ ਮੂਰਖਾਂ ਦੀਆਂ ਵੀ ਕਈ ਕਹਾਣੀਆਂ ਨੇ। ਕਿਸੇ ਆਦਮੀ ਨੇ ਗੁਰੂ ਘਰ ਨੂੰ ਕੁਝ ਜ਼ਮੀਨ ਦੇ ਦਿੱਤੀ, ਤਗੜਾ ਆਦਮੀ ਸੀ, ਉਹਨੇ ਕੁਝ ਕੁ ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸੀ। ਉਹਨੇ ਗੁਰੂ ਘਰ ਨੂੰ ਸੇਵਾ ਕਰ ਦਿੱਤੀ ਕਿ ਆ ਜੀ ਮੇਰੇ ਵੱਲੋਂ ਪ੍ਰਵਾਨ ਕਰ ਲਵੋ ਕਿ ਲੰਗਰ ਹਾਲ ਬਣ ਜਾਏਗਾ, ਹੋਰ ਚੀਜ਼ਾਂ ਬਣ ਜਾਣਗੀਆਂ। ਉਹ ਆਦਮੀ ਕੁਝ ਸਮੇਂ ਬਾਅਦ ਚੜ੍ਹਾਈ ਕਰ ਗਿਆ, ਉਹਦੀ ਮੌਤ ਹੋ ਗਈ। ਉਹਦੀ ਮੌਤ ਹੋ ਗਈ ਤਾਂ ਉਹਦੀ ਘਰ ਵਾਲੀ ਤੇ ਉਹਦੇ ਬੱਚਿਆਂ ਨੇ ਉਹ ਕਹਿੰਦੇ ਜੀ ਸਾਡੀ ਜ਼ਮੀਨ ਸਾਨੂੰ ਵਾਪਸ ਦਿਓ, ਸਾਡੀ ਜਗ੍ਹਾ ਸਾਨੂੰ ਵਾਪਸ ਦਿਓ, ਸਾਡਾ ਤਾਂ ਗੁਜ਼ਾਰਾ ਨਹੀਂ ਹੁੰਦਾ। ਜਦ ਕਿ ਉਹ ਬੜੇ ਤਕੜੇ ਆਦਮੀ ਸਨ। ਗੁਰਦੁਆਰਾ ਕਮੇਟੀ ਨੇ ਚੀਜ਼ ਉਹਨਾਂ ਦੀ ਜਗ੍ਹਾ ਤਾਂ ਵਾਪਸ ਕਰ ਦਿੱਤੀ, ਪਰ ਸਾਰੇ ਪਿੰਡ ਵਿੱਚ ਉਹਨਾਂ ਦੀ ਥੂ ਥੂ ਹੋਈ ਕਿ ਕਿਹੜਾ ਐਸਾ ਆਦਮੀ ਜਿਹੜਾ ਗੁਰੂ ਨੂੰ ਭੇਂਟ ਕਰਕੇ ਕੋਈ ਚੀਜ਼ ਵਾਪਸ ਲੈਂਦਾ। ਇਸ ਲਈ ਜਦੋਂ ਤੁਸੀਂ ਆਪਣੇ ਆਪ ਨੂੰ ਗੁਰੂ ਨੂੰ ਸੌਂਪ ਦਿੱਤਾ ਤਾਂ ਵਾਪਸੀ ਨਹੀਂ ਹੈ। ਕਦੀ ਐਸਾ ਥੋੜੀ ਹੁੰਦਾ ਕਿ ਤੁਸੀਂ ਗੋਲਕ ਵਿੱਚ 10 ਰੁਪਏ ਰੱਖੇ ਤੇ ਹੁਣ ਤੁਸੀਂ ਉਹਨੂੰ ਵਾਪਸ ਚੁੱਕੋ। ਕਦੀ ਚੁੱਕੇ ਨੇ ਵਾਪਸ? ਕਦੀ ਨਹੀਂ ਚੁੱਕੇ। ਅਸੀਂ ਐਸਾ ਕਰਨਾ ਬਹੁਤ ਪਾਪ ਸਮਝਦੇ ਹਾਂ ਕਿ ਐਸਾ ਨਹੀਂ ਕਰਨਾ, ਤੇ ਬਿਲਕੁਲ ਐਸਾ ਹੀ ਆਪਣੇ ਆਪ ਨੂੰ ਗੁਰੂ ਅੱਗੇ ਭੇਂਟ ਕਰਕੇ ਕਦੇ ਵਾਪਸ ਨਹੀਂ ਜੇ ਚੱਕੀਦਾ। ਆਪਣੇ ਆਪ ਨੂੰ ਅਰਪਿਤ ਕਰ ਦਿਓ ਗੁਰੂ ਦੇ ਅੱਗੇ, ਤੇ ਗੁਰੂ ਆਪ ਫਿਰ ਸਾਡਾ ਜੀਵਨ ਸਵਾਰ ਦੇਗਾ। ਜਿਹੜੀ ਮਾਇਆ ਅਸੀਂ ਗੁਰੂ ਦੇ ਚਰਨਾਂ ਵਿੱਚ ਰੱਖਦੇ ਹਾਂ ਨਾ, ਅਸੀਂ ਕੀ ਕਹਿੰਦੇ ਆ? ਸਾਡੀ ਮਾਇਆ ਸਫਲੀ ਹੋ ਗਈ। ਅਸੀਂ ਇਹੀ ਕਹਿੰਦੇ ਨਾ ਕਿ ਮੈਂ ਗੁਰੂ ਦੇ ਚਰਨਾਂ ਵਿੱਚ ਆ ਤੁੱਛ ਜੀ ਭੇਟਾ ਚੜਾਈ, ਗੁਰੂ ਨੇ ਸਫਲੀ ਕਰ ਦਿੱਤੀ। ਜਦੋਂ ਅਸੀਂ ਖੁਦ ਨੂੰ ਗੁਰੂ ਦੇ ਚਰਨਾਂ ਵਿੱਚ ਭੇਂਟ ਕਰ ਦਿੰਦੇ ਹਾਂ ਤੇ ਅਸੀਂ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਮਨ ਤਨ ਅਰਪ ਧਰ, ਉਹਦੇ ਅੱਗੇ ਅਰਪ ਦੇ। 8 ਪਹਿਰ ਸਾਲਾਹੇ ਸਿਰਜਣਹਾਰ ਤੂੰ, ਹੇ ਵਾਹਿਗੁਰੂ ਮੈਂ 8 ਪਹਿਰ ਤੈਨੂੰ ਸਲਾਹਾਂ। ਜੀਵਾਂ ਤੇਰੀ ਦਾਤ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਰਹਾਓ। ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਂ ਉਹ ਕੰਮ ਕਰਾਂ ਜਿਹਦੇ ਨਾਲ ਮੁਖ ਉਜਲਾ ਹੋਵੇ, ਜਿਹਦੇ ਨਾਲ ਮੁਖ ਉਜਲਾ ਹੋਵੇ। ਮੈਨੂੰ ਸਿਰ ਝੁਕਾਉਣਾ ਨਾ ਪਵੇ, ਮੂੰਹ ਛੁਪਾਉਣਾ ਨਾ ਪਵੇ ਦੁਨੀਆ ਦੇ ਵਿੱਚ, ਮੈਨੂੰ ਮੂੰਹ ਲੁਕਾ ਕੇ ਨਾ ਤੁਰਨਾ ਪਵੇ। ਜਦੋਂ ਕਿਸੇ ਬੰਦੇ ਨੇ ਗਲਤ ਕੰਮ ਕੀਤਾ ਹੋਵੇ ਨਾ ਤਾਂ ਉਹਦਾ ਮੂੰਹ ਢਕਿਆ ਜਾਂਦਾ। ਤੁਸੀਂ ਦੇਖਦੇ ਹੋ ਨਾ ਕਈ ਵਾਰੀ ਕਿ ਕ੍ਰਿਮੀਨਲ ਲੋਕਾਂ ਨੂੰ, ਚੋਰਾਂ ਨੂੰ ਪੁਲਿਸ ਫੜਦੀ ਹੈ ਤਾਂ ਉਹਨਾਂ ਦਾ ਮੂੰਹ ਢੱਕ ਦਿੱਤਾ ਜਾਂਦਾ, ਕਿਉਂਕਿ ਗਲਤ ਕੰਮ ਕਰਕੇ ਲੋਕ ਅਕਸਰ ਮੂੰਹ ਛੁਪਾਉਂਦੇ ਨੇ। ਸਤਿਗੁਰੂ ਕਹਿੰਦੇ ਹੇ ਸੱਚੇ ਪਾਤਸ਼ਾਹ ਦਇਆ ਕਰ ਮੇਰੇ ਤੇ ਕਿ ਮੈਂ ਉਹ ਕੰਮ ਕਰਾਂ ਕਿ ਮੇਰਾ ਮੁਖ ਉਜਲਾ ਹੋਵੇ, ਮੈਨੂੰ ਕਿਸੇ ਤੋਂ ਮੂੰਹ ਛੁਪਾਉਣਾ ਨਾ ਪਵੇ। ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਸੋਈ ਲੱਗੇ ਸੱਚ ਜਿਸ ਤੂੰ ਦੇ ਅੱਲਾ। ਹੇ ਸੱਚੇ ਪਾਤਸ਼ਾਹ ਜਿਹਦੇ ਤੇ ਤੂੰ ਕਿਰਪਾ ਕਰਦਾ ਉਹੀ ਤੇਰੀ ਬੰਦਗੀ ਵਿੱਚ ਲੱਗਦਾ ਹੈ, ਉਹੀ ਸੱਚ ਵਿੱਚ ਜੁੜਦਾ ਜਿਹਨੂੰ ਤੂੰ ਕਿਰਪਾ ਕਰਕੇ ਜੋੜਦਾ ਹੈ। ਸਤਿਗੁਰੂ ਕਹਿੰਦੇ ਜੋ ਨਾ ਢਹੰਦੋ ਮੂਲ ਸੋ ਘਰ ਰਾਸ ਕਰ, ਜਿਹੜਾ ਘਰ ਕਦੇ ਢਹਿੰਦਾ ਨਹੀਂ,
ਜਿਹੜਾ ਘਰ ਕਦੇ ਬਿਨਸਦਾ ਨਹੀਂ ਉਹ ਘਰ ਬਣਾ। ਹੁਣ ਐਸਾ ਤਾਂ ਕੋਈ ਘਰ ਹੈ ਹੀ ਨਹੀਂ ਕਿ ਜਿਹੜਾ ਕਦੇ ਨਾ ਢਹਿੰਦਾ ਹੋਵੇ, ਕਿਉਂਕਿ ਹਰ ਘਰ ਹਰ ਮਕਾਨ ਇੱਕ ਦਿਨ ਟੱਠੇਗਾ ਹੀ, ਭਾਵੇਂ 100 ਸਾਲ ਬਾਅਦ ਟੱਠੇ ਜਾਂ 200 ਸਾਲ ਬਾਅਦ, ਉਹ ਟੱਠਣਾ ਹੀ ਹੈ। ਪਰ ਇੱਥੇ ਕਿਹੜੇ ਘਰ ਦੀ ਗੱਲ ਕਰਦੇ ਸਤਿਗੁਰੂ? ਸਤਿਗੁਰੂ ਉਸ ਘਰ ਦੀ ਗੱਲ ਕਰਦੇ ਨੇ ਜਿਸ ਘਰ ਵਿੱਚ ਸਾਡੀ ਅੰਤਰ ਆਤਮਾ ਨੇ ਟਿਕਣਾ, ਨਿੱਜ ਘਰ ਜਿਹਨੂੰ ਗੁਰੂ ਸਾਹਿਬ ਨੇ ਕਿਹਾ। ਸਤਿਗੁਰੂ ਕਹਿੰਦੇ ਡੱਡਾ ਡੇਰਾ ਇਹ ਨਹੀਂ, ਜਿਹਨੂੰ ਤੂੰ ਡੇਰਾ ਸਮਝ ਲਿਆ ਨਾ, ਇਹ ਅਸਲ ਡੇਰਾ ਨਹੀਂ ਹੈ, ਇਹ ਪੱਕਾ ਟਿਕਾਣਾ ਨਹੀਂ ਹੈ। ਡੱਡਾ ਡੇਰਾ ਇਹ ਨਹੀਂ, ਜਹਾਂ ਡੇਰਾ ਤਹਾਂ ਜਾਣ। ਜਿੱਥੇ ਅਸਲ ਡੇਰਾ ਹੈ, ਜਿੱਥੇ ਸਾਡਾ ਅਸਲ ਵਸਣਾ ਹੈ, ਉਸ ਨੂੰ ਜਾਣੋ। ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਉਸ ਘਰ ਦਾ ਸਤਿਗੁਰੂ ਕਹਿੰਦੇ ਪਤਾ ਗੁਰੂ ਦੇ ਸ਼ਬਦ ਰਾਹੀਂ ਲੱਗਦਾ ਹੈ। ਇਸ ਲਈ ਜੋ ਨਾ ਢਹੰਦੋ ਮੂਲ, ਜਿਹੜਾ ਕਦੇ ਢਹਿੰਦਾ ਨਹੀਂ, ਸੋ ਘਰ ਰਾਸ ਕਰ। ਉਸ ਘਰ ਨੂੰ ਸਾਂਭ, ਉਸ ਘਰ ਨੂੰ ਬਣਾ ਜਿਹੜਾ ਕਦੇ ਢੱਠੇਗਾ ਨਹੀਂ। ਹਿੱਕੋ ਚਿੱਤ ਵਸਾਏ ਕਦੇ ਨਾ ਜਾਏ ਮਰ। ਜਿਹੜਾ ਉਸ ਹਿੱਕ ਵਾਹਿਗੁਰੂ ਨੂੰ, ਉਸ ਇੱਕ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾਉਂਦਾ, ਉਹ ਕਦੇ ਨਹੀਂ ਮਰਦਾ, ਉਹ ਆਤਮਿਕ ਮੌਤ ਤੇ ਨਹੀਂ ਮਰਦਾ। ਜਿਹੜਾ ਉਸ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ। ਸਤਿਗੁਰੂ ਕਹਿੰਦੇ ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਓ। ਜਿਨ੍ਹਾਂ ਨੂੰ ਪ੍ਰਮਾਤਮਾ ਭਾ ਗਿਆ, ਜਾਂ ਜਿਹੜੇ ਪ੍ਰਮਾਤਮਾ ਨੂੰ ਭਾ ਗਏ, ਉਹੀ ਉਸ ਪ੍ਰਮਾਤਮਾ ਨੂੰ ਪਿਆਰਾ ਕਰਕੇ ਜਾਣਦੇ ਨੇ। ਸਾਨੂੰ ਕੀ ਪਿਆਰਾ ਲੱਗਦਾ ਹੈ? ਇਹ ਤੁਸੀਂ ਵਿਚਾਰਨਾ ਕਿ ਸਾਨੂੰ ਕਿਹੜੀ ਚੀਜ਼ ਪਿਆਰੀ ਲੱਗਦੀ ਹੈ। ਸਾਨੂੰ ਆਪਣੇ ਧੀਆਂ ਪੁੱਤ, ਆਪਣਾ ਪੈਸਾ, ਆਪਣੀਆਂ ਚੀਜ਼ਾਂ, ਘਰ-ਬਾਰ ਕੀ ਪਿਆਰਾ ਲੱਗਦਾ ਹੈ? ਸਤਿਗੁਰੂ ਕਹਿੰਦੇ ਗੁਰਮੁਖ ਨੂੰ ਪਰਮਾਤਮਾ ਪਿਆਰਾ ਲੱਗਦਾ ਹੈ। ਤਿਨਾ ਪਿਆਰਾ ਰਾਮ, ਉਹਨਾਂ ਨੂੰ ਪਿਆਰਾ ਹੈ ਪਰਮੇਸ਼ਰ, ਉਹਨਾਂ ਨੂੰ ਵਾਹਿਗੁਰੂ ਪਿਆਰਾ ਲੱਗਦਾ ਹੈ। ਕਿਉਂਕਿ ਬਾਕੀ ਸਭ ਚੀਜ਼ਾਂ, ਬਾਕੀ ਸਭ ਸਾਕ ਸੰਬੰਧ ਇਹ ਤਾਂ ਬਿਨਸ ਹੀ ਜਾਣਗੇ, ਅੱਜ ਭਲ ਕੇ ਖਤਮ ਹੋ ਹੀ ਜਾਣਗੇ। ਉਹ ਵਾਹਿਗੁਰੂ ਜਿਹੜਾ ਰੂਹ ਦਾ ਸਾਥੀ, ਹਮੇਸ਼ਾ ਰਹਿਣ ਵਾਲਾ। ਤਿਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ, ਗੁਰ ਪ੍ਰਸਾਦ ਅਕਥ ਨਾਨਕ ਵਖਾਣਿਆ। ਗੁਰੂ ਦੀ ਕਿਰਪਾ ਨਾਲ ਸਤਿਗੁਰੂ ਕਹਿੰਦੇ ਨਾਨਕ ਨੇ ਅਕਥ ਪਰਮੇਸ਼ਰ ਨੂੰ ਬਿਆਨਿਆ, ਉਹਦਾ ਵਿਖਿਆਨ ਕਰਿਆ। ਉਸ ਅਕਥ ਪਰਮਾਤਮਾ ਦੇ ਗੁਣ ਗਾਏ ਗੁਰੂ ਦੀ ਕਿਰਪਾ ਨਾਲ, ਉਹਦੀ ਰਹਿਮਤ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਹੀ ਉਹਦੇ ਗੁਣ ਅਸੀਂ ਗਾ ਪਾਉਂਦੇ ਹਾਂ। ਗੁਰੂ ਦੀ ਰਹਿਮਤ ਨਾਲ ਹੀ ਗੁਰੂ ਦੇ ਚਰਨਾਂ 'ਤੇ ਸਾਨੂੰ ਜੁੜਨ ਦਾ ਅਵਸਰ ਮਿਲਦਾ, ਉਹਦੇ ਗੁਣ ਗਾਉਣ ਦਾ ਮੌਕਾ ਮਿਲਦਾ। ਇਹ ਉਹਦੀ ਬਖਸ਼ਿਸ਼, ਉਹਦੀ ਰਹਿਮਤ। ਸਤਿਗੁਰੂ ਰਹਿਮਤ ਕਰੇ, ਇਹ ਬਖਸ਼ਿਸ਼ ਗੁਰੂ ਕਿਰਪਾ ਕਰੇ ਸਾਡੇ 'ਤੇ ਹਮੇਸ਼ਾ ਬਣੀ ਰਹੇ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।